पावत देव सबै मुन इंद्र महाशिव जोग करी करंच विचार रहयो हर जाप न छड्यो मथुरा जन को प्रभ दीन दयाल है संगत श्रेष्ठ निहाल करी रामदास जग तारन को जोत अर्जुन आहे धरी रामदास जग तारन को जोत अर्जुन आहे भरत बाणी हर हर तेरी सुन सुन हुवै परम घात मेरी जलन बुझी मनुआ दर्शन पाए जियो सज्जन सच्चा पातशाह तिरसां साहो जिस पास बैठिया सोहिए सबना दा वेसाहो तल गुर सेविए ऐनस सहज सुभाए दर्शन परसिए गुरु के जन्म मरण दुख जाए सिफत खसमदी नूर अरसों कुरसों चटिया सच्चे पातशाह मार जन्म जन्म दी कटिया सच्चे पातशाह मार जन्म जन्म दी कटिया सतनाम श्री वाहिगुरु साहिब जीओ तनासरी महला पंजवा छंत आप लिए लड़ लाए कृपा तारिया जियो मोहे निर्गुण नीच अनाथ प्रभ आगम अपारिया जियो दयाल सदा कृपाल स्वामी नीच थापण हारिया जी जंत सब वस तेरा सगल तेरी सारिया आप करता आप भुगता आप सगल विचारिया बिनवंत नानक गुण गाए जीवा हर जप जपो बनवारिया आप लिए लड़ लाए कृपा तारिया जियो वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत सतगुरां ने अमृत वेले दा सुभागा समा बख्शिया। आप संगतां गुरु की बाणी पढ़ के सरवण करके मनुखा जन्म दियां अमोल घड़ियां सफलियां बनाइयां।
ਸਾਹਿਬ ਸਤਿਗੁਰੂ ਜੀ ਇਸ ਵੇਲੇ ਸਾਨੂੰ ਕਥਾ ਦੀ ਦਾਤ ਗੁਰਬਾਣੀ ਦੇ ਜੋ ਸ਼ਬਦ ਨੇ ਇਹਨਾਂ ਦੇ ਅਰਥ ਬਖਸ਼ਿਸ਼ ਕਰ ਰਹੇ ਨੇ। ਔਰ ਗੁਰਮੁਖੋ ਇਹ ਜੋ ਕਥਾ ਹੈ ਇਹ ਸਾਨੂੰ ਨਿਰੋਲ ਪ੍ਰਾਪਤ ਹੋ ਰਹੀ ਹੈ। ਕਹਾਣੀਆਂ ਤੇ ਇਤਿਹਾਸ ਸਰਵਨ ਕਰਨ ਵਾਸਤੇ ਸਾਨੂੰ ਕਈ ਦੀਵਾਨਾਂ ਵਿੱਚ ਰਹਿਣ ਸਬਾਈ ਦਰਬਾਰਾਂ ਵਿੱਚ ਵੀ ਆਪਾਂ ਚਲੇ ਜਾਈਦਾ ਹੈ, ਪਰ ਇਹ ਜੋ ਗੁਰਬਾਣੀ ਦੇ ਅਰਥ ਨੇ ਨਿਰੋਲ, ਕੇਵਲ ਗੁਰਬਾਣੀ ਦੀ ਜਿਹੜੀ ਬਾਤ ਹੈ ਉਹ ਵੱਡਿਆਂ ਭਾਗਾਂ ਦੇ ਨਾਲ ਸਾਨੂੰ ਇਸ ਦੀਵਾਨ ਦੇ ਵਿੱਚ ਪ੍ਰਾਪਤ ਹੁੰਦੀ ਹੈ। ਜੋ ਸਤਿਗੁਰਾਂ ਦੇ ਮੁਖ ਤੋਂ ਬਚਨ ਨਿਕਲੇ ਉਹ ਸਾਨੂੰ ਪ੍ਰਾਪਤ ਹੋ ਰਿਹਾ। ਸੋ ਆਓ ਕੁਝ ਸਮੇਂ ਲਈ ਮਨ ਦਾ ਧਿਆਨ ਟਿਕਾ ਲਈਏ ਗੁਰੂ ਚਰਨਾਂ ਦੇ ਵਿੱਚ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਅਸਰੀ ਰਾਗ ਦਾ ਨਾਮ ਹੈ ਔਰ ਮਹੱਲਾ ਪੰਜਵਾਂ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਆਪ ਲਿਏ ਲੜ ਲਾਏ ਕਿਰਪਾ ਧਾਰਿਆ ਜੀਓ। ਜਿਹਦੇ ਉੱਪਰ ਕਿਰਪਾ ਹੋ, ਗੁਰੂ ਦਾ ਲੜ, ਗੁਰੂ ਦਾ ਪੱਲਾ ਆਪਣੇ ਆਪ ਨਹੀਂ ਫੜਿਆ ਜਾਂਦਾ। ਗੁਰੂ ਦਾ ਪੱਲਾ ਵੀ ਉਹ ਫੜ ਸਕਦਾ ਹੈ, ਲੜ ਉਹ ਫੜ ਸਕਦਾ ਜਿਹਨੂੰ ਗੁਰੂ ਫੜਾ ਦੇਵੇ। ਤੇ ਗੁਰੂ ਆਪਣਾ ਪੱਲਾ ਉਹਨੂੰ ਫੜਾਉਂਦਾ ਹੈ ਜਿਹਦੇ ਤੇ ਗੁਰੂ ਨੇ ਕਿਰਪਾ ਕਰਨੀ, ਜਾਂ ਜਿਹਦੇ ਤੇ ਪ੍ਰਮਾਤਮਾ ਕਿਰਪਾ ਕਰ ਦੇਵੇ ਉਹੀ ਗੁਰੂ ਕੇ ਲੜ ਨੂੰ ਪਕੜ ਸਕਦਾ ਹੈ। ਮਹਾਰਾਜ ਬਖਸ਼ਿਸ਼ ਕਰਦੇ ਆਪ ਲਿਏ ਲੜ ਲਾਏ, ਜਿਨ੍ਹਾਂ ਨੂੰ ਆਪਣੇ ਲੜ ਕਹੀਏ ਪੱਲੇ ਦੇ ਨਾਲ ਉਹ ਆਪ ਲਾਉਂਦਾ, ਪਰ ਪੱਲੇ ਉਹ ਲੱਗਦੇ ਜਿਨ੍ਹਾਂ ਤੇ ਕਿਰਪਾ ਧਾਰੀਆ ਜੀ, ਜਿਨ੍ਹਾਂ ਤੇ ਕਿਰਪਾ ਹੋਵੇ। ਊਨਾ ਨਾਮ ਦਾ ਗੁਰਮੁਖੋ ਇੱਕ ਸ਼ਹਿਰ ਹੈ ਹਿੰਦੁਸਤਾਨ ਦੀ ਧਰਤੀ ਦੇ ਅੰਦਰ। ਇਸ ਸ਼ਹਿਰ ਦੇ ਵਿੱਚ ਦੋ ਹਿੰਦੂ ਰਾਜੇ ਬਾਲਾ ਰਾਓ, ਰੁਸਤਮ ਰਾਓ ਕੈਦ ਕੀਤੇ ਹੋਏ। ਸਮੇਂ ਦਾ ਜੋ ਬਾਦਸ਼ਾਹ ਹੈ ਉਸ ਦੀ ਈਨ ਨਹੀਂ ਮੰਨਦੇ, ਉਸ ਨੂੰ ਹਰਜਾਨਾ ਨਹੀਂ ਭਰਦੇ। ਤੇ ਬਾਦਸ਼ਾਹ ਨੇ ਨਿਰਾਸ਼ ਹੋ ਕੇ ਇਹਨਾਂ ਨੂੰ ਕੈਦ ਕਰ ਲਿਆ, ਕੈਦ ਵਿੱਚ ਬੈਠੇ ਹੋਏ। ਗੁਰਮੁਖੋ ਇਸ ਕੈਦ ਦੇ ਬਾਰ-ਬਾਰ, ਕੈਦਖਾਨੇ ਦੇ ਬਾਰ-ਬਾਰ ਇੱਕ ਗੁਰੂ ਕਾ ਸਿੱਖ ਜਿਹੜਾ ਪਹਿਰੇਦਾਰ ਹੈ ਉਹ ਪਹਿਰਾ ਦਿੰਦਾ ਹੈ। ਰਾਜੇ ਦੋਨੇ ਜੇਲ੍ਹ ਦੇ ਵਿੱਚ ਨੇ। ਗੁਰੂ ਕਾ ਸਿੱਖ ਬਾਣੀ ਪੜ੍ਹਦਾ ਹੈ, ਸਤਿਗੁਰ ਸਿੱਖ ਹੈ ਬੰਧਨ ਘਟ ਹੈ, ਗੁਰ ਕਾ ਸਿੱਖ ਬਿਕਾਰ ਤੇ ਹਟ। ਜਦੋਂ ਬਾਣੀ ਪੜ੍ਹਦਾ ਹੈ ਨਾ ਸਿੱਖ, ਤੇ ਇਹਨਾਂ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਰੋਜ਼ ਬਚਨ ਸੁਣਦੇ। ਬਚਨ ਇਹ ਆ ਰਿਹਾ ਵੀ ਗੁਰੂ ਜਿਹੜਾ ਹੈ ਆਪਣੇ ਸਿੱਖ ਨੂੰ ਜਾਂ ਆਪਣੇ ਸਿੱਖਿਆ ਨੂੰ ਮੰਨਣ ਵਾਲੇ ਦੇ ਬੰਧਨ ਕੱਟ ਦਿੰਦਾ, ਬੰਧਨ ਰਹਿਣ ਕੋਈ ਨਹੀਂ ਦਿੰਦਾ। ਗੁਰਮੁਖੋ ਇਹ ਦੋਨੇ ਹੀ ਜੇਲ੍ਹ ਦੇ ਵਿੱਚ ਨੇ। ਪਤਾ ਵੀ ਸਾਨੂੰ ਹੁਣ ਕੋਈ ਛੁਡਾ ਨਹੀਂ ਸਕਦਾ, ਸਾਡੀ ਮੌਤ ਇਸੇ ਜੇਲ੍ਹ ਦੇ ਵਿੱਚ ਹੀ ਹੋਣੀ। ਜਦੋਂ ਗੁਰੂ ਕੇ ਸਿੱਖ ਦੇ ਕੋਲੋਂ ਇਹ ਬਚਨ ਸੁਣੇ ਨਾ ਵੀ ਸਤਿਗੁਰੂ ਬੰਧਨ ਕੱਟ ਦਿੰਦੇ, ਤੇ ਪੁੱਛਿਆ, ਕਹਿਣ ਲੱਗੇ ਭਾਈ ਇਹ ਬਾਣੀ ਕਿਸ ਦੀ ਹੈ, ਇਹ ਕਿਹਦੇ ਬਚਨ ਪੜ੍ਹਦਾ? ਤੇ ਸਿੱਖ ਨੇ ਦੱਸਿਆ ਵੀ ਇਹ ਬਾਣੀ ਗੁਰੂ ਅਰਜਨ ਦੇਵ ਦੀ ਹੈ।
ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਗੁਰਤਾ ਗੱਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੈਠੇ ਸਨ, ਜਿਹੜੇ ਇਸ ਵੇਲੇ ਸੱਚਖੰਡ ਨੂੰ ਚਲੇ ਗਏ। ਗੁਰਤਾ ਗੱਦੀ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਦਿੱਤੀ। ਮਹਾਰਾਜ ਦੇ ਨਾ ਸੱਚਖੰਡ ਜਾਣ ਤੋਂ ਬਾਅਦ ਵਿੱਚ ਇਹ ਘਟਨਾ ਹੈ। ਪਰ ਜੇ ਤੁਸੀਂ ਭਾਵਨਾ ਦੇ ਨਾਲ ਗੁਰੂ ਨੂੰ ਯਾਦ ਕਰੋਗੇ ਤੇ ਗੁਰੂ ਨੇ ਬਚਨ ਕਹੇ ਨੇ ਵੀ ਮੈਂ ਸਦਾ ਹੀ ਆਪਣੇ ਸਿੱਖਾਂ ਦੇ ਨਾਲ ਹਾਂ। ਐਸਾ ਬਚਨ ਸੁਣ ਕੇ ਦੋਨੇ ਰਾਜੇ ਨਾ ਮਹਾਰਾਜ ਦਾ ਸਿਮਰਨ ਕਰਨ ਲੱਗ ਪਏ। ਰੋਜ਼ ਯਾਦ ਕਰਦੇ ਮਹਾਰਾਜ ਜੀ, ਨਾਮ ਜਪਦੇ, ਅਰਦਾਸ ਕਰਦੇ। ਇਹਨਾਂ ਦੀ ਅਰਦਾਸ, ਇਹਨਾਂ ਦੀ ਭਾਵਨਾ ਪੂਰੀ ਹੋਈ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜੇਲ੍ਹ ਦੇ ਵਿੱਚ ਇਹਨਾਂ ਨੂੰ ਦਰਸ਼ਨ ਬਖਸ਼ਿਸ਼ ਕੀਤੇ। ਕਹਿਣ ਲੱਗੇ, ਬਾਲਾ ਰਾਓ, ਰੁਸਤਮ ਰਾਓ, ਸਾਡੇ ਘੋੜਿਆਂ ਦੀ ਰਕਾਬ ਪਕੜ ਲਓ ਦੋਨਾਂ ਪਾਸਿਆਂ ਤੋਂ, ਚਲੋ ਤੁਹਾਨੂੰ ਜੇਲ੍ਹ ਵਿੱਚੋਂ ਬਾਹਰ ਕੱਢੀਏ। ਸਤਿਗੁਰਾਂ ਨੇ ਪੂਨੇ 17, ਪੂਨਾ ਜੋ ਦੇਸ਼ ਹੈ ਨਾ, ਪੂਨਾ ਜੋ ਸ਼ਹਿਰ ਹੈ, ਪੂਨੇ 17 ਦੀ ਧਰਤੀ ਤੋਂ ਇਹਨਾਂ ਨੂੰ ਕੱਢ ਕੇ ਜੇਲ੍ਹ ਦੇ ਵਿੱਚੋਂ ਘੋੜਿਆਂ ਦੀਆਂ ਰਕਾਬਾਂ ਪਕੜਾ ਕੇ ਸਤਿਗੁਰਾਂ ਨੇ ਮਨਮਾੜ ਸਾਹਿਬ ਜਿਹੜਾ ਸਥਾਨ ਹੈ ਨਾ, ਉੱਥੇ ਲਿਆ ਕੇ ਇਹਨਾਂ ਨੂੰ ਉਤਾਰਿਆ। ਅੱਜ ਆਪਾਂ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ, ਰਸਤੇ ਵਿੱਚ ਇੱਕ ਮਨਮਾੜ ਨਾਮ ਦਾ ਸ਼ਹਿਰ ਆਉਂਦਾ, ਉੱਥੇ ਸਤਿਗੁਰਾਂ ਦੀ ਯਾਦ ਵਿੱਚ ਗੁਰੂ ਘਰ ਬਣਿਆ ਹੋਇਆ। ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਉਹਨਾਂ ਦੇ ਕੋਲ ਉਸ ਸਥਾਨ ਦੀ ਸੇਵਾ ਹੈ। ਇੱਥੇ ਉਤਾਰਿਆ। ਸੱਚਖੰਡ ਜਾਣ ਤੋਂ ਕਈ ਸਾਲ ਬਾਅਦ ਇਹ ਮਹਾਰਾਜ ਜੀਆਂ ਨੇ ਇੱਥੇ ਬਖਸ਼ਿਸ਼ ਕੀਤੀ ਤੇ ਨਾਲ ਹੀ ਆਖਿਆ, ਸਾਡੇ ਖਾਲਸੇ ਨੂੰ ਸੁਨੇਹਾ ਦੇਣਾ, ਅਸੀਂ ਸਦਾ ਹੀ ਆਪਣੇ ਖਾਲਸੇ ਦੇ ਨਾਲ ਹਾਂ। ਜਦੋਂ ਸਾਨੂੰ ਯਾਦ ਕਰਨਗੇ ਉਦੋਂ ਅਸੀਂ ਉਹਨਾਂ ਦੇ ਹਾਜ਼ਰ ਹੋ ਜਾਵਾਂਗੇ। ਮਹਾਰਾਜ ਕਹਿਣ ਲੱਗੇ, ਆਪ ਲੀਏ ਲੜ ਲਾਏ ਕਿਰਪਾ ਧਾਰੀਆ ਜੀਓ। ਜਿਨ੍ਹਾਂ ਤੇ ਸਤਿਗੁਰੂ ਕਿਰਪਾ ਕਰ ਦੇਣ, ਜੋ ਕਿਰਪਾ ਵਾਲਿਆਂ ਨੂੰ ਫਿਰ ਆਪਣੇ ਲੜ ਲਾ ਲੈਂਦੇ, ਪੱਲੇ ਲਾ ਲੈਂਦੇ। ਜਿਵੇਂ ਪੂਨੇ ਦੀ ਜੇਲ੍ਹ ਵਿੱਚੋਂ ਬਾਲਾ ਰਾਓ ਤੇ ਰੁਸਤਮ ਰਾਓ ਰਾਜੇ ਨੂੰ ਲਾਇਆ, ਇਸ ਤਰ੍ਹਾਂ ਮਹਾਰਾਜ ਫਿਰ ਆਪਣਾ ਪੱਲਾ ਫੜਾਉਂਦੇ। ਜਿਵੇਂ ਉਹਨਾਂ ਨੂੰ ਜੇਲ੍ਹ ਵਿੱਚੋਂ ਕੱਢ ਕੇ ਆਜ਼ਾਦੀ ਦਵਾਈ ਹੈ, ਇਸੇ ਤਰ੍ਹਾਂ ਆਪਣੇ ਸਿੱਖ ਨੂੰ ਕਿਰਪਾ ਦਾ ਪੱਲਾ ਪਕੜਾ ਕੇ ਸੰਸਾਰ ਰੂਪੀ ਜੇਲ੍ਹ ਦੇ ਵਿੱਚੋਂ ਮਹਾਰਾਜ ਜੀ ਸੱਚਖੰਡ ਸਥਾਨ ਦੀ ਪ੍ਰਾਪਤੀ ਕਰਵਾ ਦਿੰਦੇ, ਜੰਮਣ ਮਰਨ ਤੋਂ ਆਜ਼ਾਦ ਕਰਵਾ ਦਿੰਦੇ, ਜੰਮਣ ਮਰਨ ਦੇ ਗੇੜੇ ਵਿੱਚ ਨਹੀਂ ਰਹਿਣ ਦਿੰਦੇ, ਐਸੀ ਕਿਰਪਾ ਕਰ ਦਿੰਦੇ। ਬਚਨ ਪੜ੍ਹਦਾ ਨਾ, ਗੁਰੂ ਕਾ ਸਿੱਖ ਸਤਿਗੁਰ ਸਿੱਖ ਕੈ ਬੰਧਨ ਕੱਟ ਹੈ। ਇਹ ਕੇਵਲ ਬਚਨ ਲਿਖਿਆ ਨਹੀਂ, ਇਹ ਬਚਨ ਪੂਰਾ ਵੀ ਹੁੰਦਾ। ਐਸ ਲੋਕ ਵਿੱਚ ਪਏ ਹੋਏ ਵੀ ਬੰਧਨ ਕੱਟੇ ਜਾਂਦੇ। ਕਿਸੇ ਨੂੰ ਬਿਮਾਰੀ ਦਾ, ਕਿਸੇ ਨੂੰ ਕਿਸੇ ਦੁੱਖ ਦਾ ਬੰਧਨ ਪਿਆ ਹੈ, ਜਿਹੜਾ ਸਤਿਗੁਰਾਂ ਦੀ ਬਾਣੀ ਪੜ੍ਹੇਗਾ ਉਹਦੇ ਬੰਧਨ ਕੱਟੇ ਜਾਣ। ਜਿਹੜਾ ਬਾਣੀ ਪੜ੍ਹੇਗਾ ਉਹਨੂੰ ਜੰਮਣ ਮਰਨ ਦੇ ਵੀ ਉਹਦੇ ਬੰਧਨ ਕੱਟੇ ਜਾਣਗੇ। ਜੰਮਣ ਮਰਨ ਉਹਦਾ ਮੁੱਕ ਜਾਏਗਾ, ਖਤਮ ਹੋ ਜਾਏਗਾ। ਪਰ ਖਤਮ ਉਹਦਾ ਹੋਵੇਗਾ ਜਿਹੜਾ ਗੁਰੂ ਕੀ ਬਾਣੀ ਨਾਲ ਗੁਰਮੁਖੋ ਜੁੜੇਗਾ। ਕਿਰਪਾ ਧਾਰੀਆ ਜੀਓ, ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾ ਕਰਦੇ, ਉਹਨਾਂ ਨੂੰ ਆਪਣੇ ਲੜ ਕਈਏ ਪੱਲੇ ਨਾਲ ਲਾ ਲੈਂਦੇ, ਆਪਣੇ ਪੱਲੇ ਨਾਲ ਜੋੜ ਲੈਂਦੇ ਹਨ। ਮੋਹਿ ਨਿਰਗੁਣ ਨੀਚ ਅਨਾਥ। ਸਤਿਗੁਰਾਂ ਦੇ ਅੱਗੇ ਬੇਨਤੀ ਕਰ, ਮਹਾਰਾਜ ਮੈਂ ਨਿਰਗੁਣ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਆਪਣੇ ਗੁਣਾਂ ਦਾ ਵਰਣਨ ਨਾ ਕਰਿਆ ਕਰ ਵੀ ਮੈਂ ਇਹ ਕੀਤਾ, ਮੈਂ ਇਹ ਕੀਤਾ। ਨਹੀਂ, ਗੁਰੂ ਅੱਗੇ ਬੇਨਤੀ ਇਹ ਕਰ ਵੀ ਮਹਾਰਾਜ ਮੈਂ ਨਿਰਗੁਣ ਹਾਂ, ਨਿਰਗੁਣ ਗੁਣਾ ਤੋਂ ਰਹਿਤ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਮੈਂ ਤੇ ਪਾਪੀ ਹਾਂ, ਪਰ ਆਪਣੀ ਸਤ ਸੰਗਤ ਵਿੱਚ ਬਿਠਾ ਕੇ ਮਹਾਰਾਜ ਸਾਹਿਬ ਜੀਆਂ ਨੇ ਕਿਰਪਾ ਇਹ ਕੀਤੀ ਹੈ ਕਿ ਮੈਨੂੰ ਨਿਰਗੁਣੇ ਨੂੰ ਰੱਖ ਲਿਆ ਹੈ। ਕਿਵੇਂ ਰੱਖਿਆ? ਸੰਤਨ ਕਾ ਸਦਕਾ, ਕਿਸੇ ਸਾਧੂ ਦੀ ਸੰਗਤ ਦੇ ਕੇ ਉਹਦੀ ਕਿਰਪਾ ਕਰਵਾ ਕੇ ਸਾਨੂੰ ਰੱਖ ਲਿਆ। ਬੇਨਤੀ ਕਰ ਮੋਹੇ ਨਿਰਗੁਣ, ਮਹਾਰਾਜ ਮੈਂ ਗੁਣਾ ਤੋਂ ਰਹਿਤ, ਮੈਂ ਗੁਣਾ ਤੋਂ ਹੀਣਾ, ਔਗਣ ਹੀ ਮੇਰੇ ਵਿੱਚ ਨੇ। ਮਹਾਰਾਜ ਮੈਂ ਨੀਚ ਹਾਂ, ਬਹੁਤ ਜ਼ਿਆਦਾ ਨੀਵਾਂ, ਗਿਰਿਆ ਹੋਇਆ, ਡਿੱਗਿਆ ਹੋਇਆ।
ਆਪਣੇ ਇਖਲਾਕ ਤੋਂ, ਆਪਣੇ ਜੀਵਨ ਤੋਂ, ਆਪਣੇ ਕਰਮਾਂ ਤੋਂ ਮੈਂ ਨੀਚ ਡਿੱਗਿਆ ਹੋਇਆ ਹਾਂ। ਤੀਜਾ ਬਚਨ ਮਹਾਰਾਜ ਨੇ ਵਰਤਿਆ, ਬੇਨਤੀ ਕਰ ਮੈਂ ਅਨਾਥ ਹਾਂ, ਮੇਰਾ ਕੋਈ ਨਹੀਂ ਹੈ। ਦੁਨੀਆ ਦੇ ਵਿੱਚ ਰਿਸ਼ਤੇਦਾਰੀ ਤੇ ਪਾਲਦਾ ਮਾਂ, ਭਰਾ, ਭੈਣ, ਬੱਚੇ, ਪੁੱਤਰ, ਧੀਆ, ਪਰ ਗੁਰਮੁਖਾ ਇਹ ਕੇਵਲ ਗਿਣਤੀ ਹੈ ਤੇਰੇ ਕੋਲ। ਜਦੋਂ ਦੁਨੀਆ ਛੱਡ ਕੇ ਤੁਰੇਗਾ ਨਾਲ ਨਹੀਂ ਕਿਸੇ ਨੇ। ਇਸ ਕਰਕੇ ਪਹਿਲਾਂ ਹੀ ਬੇਨਤੀ ਕਰ ਵੀ ਮਹਾਰਾਜ ਮੈਂ ਤੇ ਅਨਾਥ ਹਾਂ, ਮੇਰਾ ਕੋਈ ਨਹੀਂ ਹੈ। ਕੁਝ ਬਿਨ ਕੋ ਨਾਹੀ ਪ੍ਰਭ ਰਾਖਨ ਹਾਰਾ ਰਾਮ। ਇਹ ਰਾਮ ਸਤਿਗੁਰੂ ਜੀ, ਤੁਹਾਡੇ ਬਿਨਾ ਮੈਨੂੰ ਕੋਈ ਰੱਖ ਨਹੀਂ ਸਕਦਾ, ਇਹ ਮੇਰੇ ਤੇ ਕਿਰਪਾ ਕਰੋ, ਮੇਰਾ ਤੇਰੇ ਬਿਨਾ ਹੈ ਹੀ ਕੋਈ ਨਹੀਂ। ਕੁਝ ਬਿਨ ਕੋ ਨਾਹੀ, ਤੇਰੇ ਬਿਨਾ ਮੇਰਾ ਕੋਈ ਨਹੀਂ, ਮੈਂ ਅਨਾਥ ਹੀ ਹਾਂ, ਮੈਨੂੰ ਸਮਝ ਲਓ ਵੀ ਮੇਰਾ ਹੈ ਹੀ ਕੋਈ ਨਹੀਂ, ਕੇਵਲ ਤੁਸੀਂ ਹੋ ਮੇਰੇ। ਇਹ ਬੇਨਤੀ ਕਰਿਆ ਕਰ। ਮੋਹਿ ਨਿਰਗੁਣ ਨੀਚ ਅਨਾਥ, ਮੈਂ ਨਿਰਗੁਣ, ਨੀਚ, ਨੀਵਾਂ, ਡਿੱਗਿਆ ਹੋਇਆ, ਗਿਰਿਆ ਹੋਇਆ ਅਨਾਥ ਕੀਏ, ਮੇਰਾ ਕੋਈ ਨਹੀਂ ਹੈ। ਇਹ ਮੈਂ ਬੇਨਤੀ ਕਰਦਾ ਹਾਂ। ਪ੍ਰਭ ਅਗਮ ਅਪਾਰਿਆ ਜੀਓ। ਸਤਿਗੁਰੂ ਪਾਤਸ਼ਾਹ ਜੀ, ਤੁਸੀਂ ਮਨ ਕਰਕੇ ਅਗੰਮ ਹੋ, ਮਨ ਕਰਕੇ ਤੁਹਾਡੀ ਪਕੜ ਨਹੀਂ ਹੈ। ਅਸੀਂ ਇੱਥੇ ਬੈਠੇ ਹਾਂ ਸੰਗਤ ਵਿੱਚ, ਸਾਡਾ ਕੋਈ ਬੱਚਾ, ਕੋਈ ਪੁੱਤਰ, ਧੀ, ਕੋਈ ਵਿਦੇਸ਼ ਵਿੱਚ ਬੈਠਾ ਹੈ, ਸਾਡਾ ਇਹ ਮਨ 1 ਸਕਿੰਟ ਤੋਂ ਪਹਿਲਾਂ ਉਹਦੇ ਕੋਲ ਪਹੁੰਚ ਜਾਏਗਾ। ਸਰੀਰ ਸਾਡਾ ਬੈਠਾ ਇੱਥੇ ਹੈ, ਸਾਡੇ ਮਨ ਵਿੱਚ ਹੁਣੇ ਖਿਆਲ ਉਹਦਾ ਆਵੇਗਾ ਵੀ ਉਹ ਕੀ ਕਰਦਾ ਹੋਵੇ। ਅਸੀਂ ਮਨ ਦੇ ਖਿਆਲ ਦੇ ਵਿੱਚ ਉਹਦੇ ਕੋਲ ਤੁਰੇ ਫਿਰਦੇ ਹਾਂ। ਮਨ ਇੰਨਾ ਤੇਜ਼ ਦੌੜਦਾ ਹੈ, ਇੰਨਾ ਭੱਜਣ ਵਾਲਾ ਮਨ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਿਆ। ਉਹ ਐਸਾ ਅਗਮ ਹੈ, ਮਨ ਦੀ ਗਮਤਾ ਨਹੀਂ ਹੈ, ਮਨ ਦੀ ਪਹੁੰਚ ਉਹਦੇ ਤੱਕ ਨਹੀਂ ਹੈ। ਤਾਂ ਉਹਨੂੰ ਕਿਹਾ ਜਾਂਦਾ ਅਗਮ, ਜਿੱਥੇ ਮਨ ਨਾ ਪਹੁੰਚੇ। ਮਹਾਰਾਜ ਕਹਿਣ ਲੱਗੇ ਅਗਮ ਅਪਾਰੀਆ ਜੀਓ, ਅਪਾਰਾਵਾਰ ਤੋਂ ਰਹਿਤ। ਉਹਦਾ ਕੋਈ ਪਾਰਾਵਾਰ ਨਹੀਂ ਹੈ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਪਰਮਾਤਮਾ ਦਾ ਵੇਖ ਕੇ ਅੰਤ ਪਾ ਲਵਾਂਗਾ, ਮੈਂ ਪਰਮਾਤਮਾ ਦਾ ਸੁਣ ਕੇ ਅੰਤ ਪਾ ਲਵਾਂਗਾ, ਮੈਂ ਪਰਮਾਤਮਾ ਨੂੰ ਬੋਲ ਕੇ ਅੰਤ ਪਾ ਲਵਾਂਗਾ। ਨਹੀਂ, ਉਹ ਅਪਾਰ ਹੈ। ਨਾ ਵੇਖਿਆ, ਨਾ ਸੁਣਿਆ, ਨਾ ਬੋਲਿਆ, ਨਾ ਦੌੜਿਆ, ਕਿਸੇ ਤਰ੍ਹਾਂ ਵੀ ਉਹਦਾ ਅੰਤ ਨਹੀਂ। ਤਾਂ ਉਹਨੂੰ ਕਿਹਾ ਜਾਂਦਾ ਅਪਾਰੀਆ, ਬੇਅੰਤ, ਜਿਹਦਾ ਕਿਸੇ ਤਰ੍ਹਾਂ ਅੰਤ ਨਾ ਪਵੇ। ਪਰਮਾਤਮਾ ਐਸਾ ਹੈ। ਦਇਆਲ ਸਦਾ ਕਿਰਪਾਲ ਸੁਆਮੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪਰਮਾਤਮਾ ਸਦਾ ਹੀ ਦਿਆਲੂ ਹੈ। ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਉਹ ਤੇ ਉਹ ਦਇਆ ਕਰ ਦਿੰਦਾ। ਉਹ ਧਰਮ ਨਹੀਂ ਵੇਖਦਾ, ਉਹ ਜਾਤ ਨਹੀਂ ਵੇਖਦਾ, ਉਹ ਗੋਤ ਨਹੀਂ ਵੇਖਦਾ। ਉਹ ਦਿਆਲੂ ਹੈ, ਉਹਦਾ ਸੁਭਾਅ ਹੀ ਦਿਆਲਤਾ ਕਰਨਾ ਹੈ। ਦਿਆਲ ਸਦਾ ਕਿਰਪਾਲ। ਇਹ ਨਹੀਂ ਵੀ ਅੱਜ ਉਹਦਾ ਮੂਡ ਠੀਕ ਹੈ, ਅੱਜ ਦਿਆਲਤਾ ਕਰੇਗਾ ਤੇ ਕੱਲ ਨੂੰ ਨਾਰਾਜ਼ ਹੋ ਜਾਏਗਾ। ਨਹੀਂ, ਉਹ ਤੇ ਸਦਾ ਹੀ ਕਿਰਪਾ ਕਰਦਾ। ਜਿਹੜਾ ਸ਼ਰਨ ਵਿੱਚ ਆ ਜਾਵੇ ਉਹ ਤੇ ਰਹਿਮਤ ਹੀ ਰਹਿਮਤ ਹੁੰਦੀ ਹੈ। ਇਸ ਕਰਕੇ ਜਿਹੜੇ ਗੁਰੂ ਕੇ ਸਿੱਖ ਨੇ ਨਾ, ਉਹ ਤਾਂ ਸੰਗਤ ਵਿੱਚ ਆ ਕੇ ਬੈਠਦੇ। ਸੰਗਤ ਵਿੱਚ ਬੈਠਾਂਗੇ, ਗੁਰੂ ਦੀ ਕਿਰਪਾ ਪ੍ਰਾਪਤ ਹੋਵੇਗੀ, ਬਖਸ਼ਿਸ਼ ਪ੍ਰਾਪਤ ਹੋਵੇਗੀ। ਬੜੀ ਸੋਹਣੀ ਉਦਾਹਰਨ ਦਿੱਤੀ ਹੈ ਭਾਈ ਸਾਹਿਬ, ਭਾਈ ਗੁਰਦਾਸ ਜੀਆਂ ਨੇ, ਕਿ ਗੁਰੂ ਕੇ ਸਿੱਖ ਸੰਗਤ ਵਿੱਚ ਕਿਸ ਤਰ੍ਹਾਂ ਸ਼ੋਭਾ ਪਾਉਂਦੇ। ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਨ ਸਰ। ਮਰਾਲ ਨਾਮ ਗੁਰਮੁਖੋ ਹੰਸ ਦਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਹੰਸ ਜਿਹੜੇ ਨੇ ਨਾ, ਇਕੱਠੇ ਹੋ ਕੇ ਮਾਨ ਸਰੋਵਰ ਤੇ ਬੈਠਦੇ। ਮਾਨ ਸਰੋਵਰ ਦੀ ਸ਼ੋਭਾ ਜਿਹੜੀ ਹੈ ਹੰਸਾਂ ਕਰਕੇ ਆ, ਲੋਕ ਵੇਖਣ ਜਾਂਦੇ। ਔਰ ਮਾਨ ਸਰੋਵਰ ਦੀ ਸਫਾਈ ਜਿਹੜੀ ਉਹ ਵੀ ਹੰਸਾਂ ਕਰਕੇ ਆ। ਹੰਸ ਉੱਥੇ ਸਫਾਈ ਰੱਖਦਾ। ਹੰਸ ਨਾਮ ਦਾ ਇੱਕ ਪੰਛੀ ਹੈ, ਸਾਨੂੰ ਆਮ ਵੇਖਣ ਨੂੰ ਨਹੀਂ ਮਿਲੇਗਾ। ਹੰਸ ਮਿਲੇਗਾ ਤੇ ਮਾਨ ਸਰੋਵਰ ਤੇ ਠੰਡੀ ਥਾਂ ਦੇ ਉੱਪਰ ਬੈਠਾ ਹੋਇਆ। ਕਹਿਣ ਲੱਗੇ ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਨ ਸਰ। ਜਿਵੇਂ ਹੰਸਾਂ ਦੀ ਬੜੀ ਵੱਡੀ ਕਤਾਰ, ਹੰਸਾਂ ਦੀ ਬਹੁਤ ਵੱਡੀ ਗਿਣਤੀ, ਬਹੁਤੇ ਹੰਸ ਕਤਾਰ ਬਣਾ ਕੇ ਮਾਨ ਸਰੋਵਰ ਤੇ ਬੈਠਦੇ, ਬੜੇ ਚੰਗੇ ਲੱਗਦੇ, ਬੜੀ ਸ਼ੋਭਾ ਪਾਉਂਦੇ। ਮੁਕਤਾ ਅਮੋਲ ਖਾਏ ਖਾਏ ਬਿਗਸਾਤ ਹੈ। ਕਿਉਂ ਬੈਠੇ ਨੇ ਹੰਸ ਉੱਥੇ? ਕਿਉਂਕਿ ਉੱਥੋਂ ਉਹਨਾਂ ਨੂੰ ਮੋਤੀ ਮਿਲਦੇ ਨੇ, ਬੜੇ ਬੜੇ ਕੀਮਤੀ। ਉਹਨਾਂ ਮੋਤੀਆਂ ਦਾ ਉਹ ਭੋਜਨ ਕਰਦੇ ਨੇ ਤੇ ਬੜੇ ਖੁਸ਼ ਹੁੰਦੇ ਨੇ ਵੀ ਸਾਡੀ ਖੁਰਾਕ ਸਾਨੂੰ ਮਿਲਦੀ ਪਈ।
ਉਹਨਾਂ ਮੋਤੀਆਂ ਨੂੰ ਖਾ ਖਾ ਕੇ ਜਦੋਂ ਉਹਨਾਂ ਹੰਸਾਂ ਦੇ ਮੂੰਹ ਦੇ ਵਿੱਚੋਂ ਲਾਰ ਡਿੱਗਦੀ ਹੈ ਨਾ, ਜਦੋਂ ਮੋਤੀ ਨੂੰ ਹਜਮ ਕਰਦੇ ਤੇ ਮੂੰਹ ਵਿੱਚੋਂ ਲਾਰ ਡਿੱਗਦੀ ਹੈ, ਜਿਵੇਂ ਮੱਝਾਂ ਚਾਰਾ ਖਾਂਦੀਆਂ ਪੱਠੇ ਖਾ ਕੇ ਬਾਅਦ ਵਿੱਚ ਗਾਲੀ ਕਰਦੀਆਂ, ਉਹਨਾਂ ਦੇ ਮੂੰਹ ਵਿੱਚੋਂ ਝੱਗ ਡਿੱਗਦੀ ਹੈ। ਇਸੇ ਤਰ੍ਹਾਂ ਹੰਸ ਜਦੋਂ ਮੋਤੀ ਛਕਦਾ ਹੈ, ਮੋਤੀ ਖਾਂਦਾ ਹੈ, ਉਹਦੇ ਮੂੰਹ ਵਿੱਚੋਂ ਲਾਰ ਜਦੋਂ ਆਉਂਦੀ ਹੈ, ਲਾਰ ਜਦੋਂ ਬਾਹਰ ਨਿਕਲਦੀ ਹੈ, ਧਰਤੀ ਤੇ ਪ੍ਰਾਪਤ ਹੁੰਦੀ ਹੈ, ਉਹਦਾ ਰਤਨ ਬਣ ਜਾਂਦਾ ਹੈ। ਰਤਨ ਉਹ ਜਿਹਦੀ ਕੀਮਤ ਨਾ ਹੋਵੇ, ਰਤਨ ਦੀ ਕੋਈ ਕੀਮਤ ਨਹੀਂ ਪਾ ਸਕਦਾ। ਹੀਰੇ ਦੀ ਕੀਮਤ ਪੈਂਦੀ ਹੈ, ਰਤਨ ਬਹੁਤ ਮੁੱਲਾ ਹੁੰਦਾ। ਸਾਰੀ ਉਮਰ ਮੋਤੀਆਂ ਦਾ ਭੋਜਨ ਖਾਣ ਵਾਲਾ ਹੰਸ ਆਪਣੇ ਮੂੰਹ ਦੀ ਲਾਰ ਦੇ ਨਾਲ ਰਤਨ ਪੈਦਾ ਕਰ ਦਿੰਦਾ। ਸਾਈ ਮਹਾਰਾਜ ਨੇ ਲਿਖਿਆ, ਗੁਰ ਕਾ ਸ਼ਬਦ ਰਤਨ ਹੈ। ਗੁਰੂ ਦੇ ਸ਼ਬਦ ਨੂੰ ਤਾਂ ਰਤਨ ਲਿਖਿਆ ਵੀ ਗੁਰੂ ਦੇ ਸ਼ਬਦ ਦਾ ਵੀ ਮੁੱਲ ਕੋਈ ਨਹੀਂ ਹੈ, ਮੁੱਲ ਨਹੀਂ ਪਾ ਸਕਦਾ ਕੋਈ। ਗੁਰੂ ਦਾ ਸ਼ਬਦ ਐਸਾ ਮੋਲਕ ਹੈ। ਕਹਿਣ ਲੱਗੇ, ਮਾਨ ਸਰੋਵਰ ਗੁਰਮੁਖੋ ਹੰਸ ਤੇ ਸ਼ੋਭਾ ਪਾਉਂਦਾ ਹੈ। ਹੰਸ ਜਿਹੜੇ ਨੇ ਮਾਨ ਸਰੋਵਰ ਤੇ ਸ਼ੋਭਾ ਪਾਉਂਦੇ ਨੇ, ਕਿਉਂਕਿ ਮੋਤੀਆਂ ਦਾ ਭੋਜਨ ਖਾਂਦੇ ਔਰ ਖੁਸ਼ ਰਹਿੰਦੇ ਨੇ, ਉਹਨਾਂ ਦੀ ਖੁਰਾਕ ਉੱਥੋਂ ਮਿਲਦੀ ਪਈ। ਇਹ ਪਹਿਲੀ ਉਦਾਹਰਨ ਦਿੱਤੀ। ਤੇ ਦੂਜਾ ਬਚਨ ਸਾਨੂੰ ਸਮਝਾਉਣ ਵਾਸਤੇ ਕਹਿਣ ਲੱਗੇ, ਜੈਸੇ ਤੋ ਸੁਜਨ ਮਿਲ ਬੈਠਤਾ ਹੈ ਪਾਕ ਸਾਲ। ਜਿਹੜਾ ਸਿਆਣਾ ਵਿਅਕਤੀ ਹੈ ਨਾ, ਸਿਆਣੇ ਵਿਅਕਤੀ ਰਸੋਈ ਵਿੱਚ ਮਿਲ ਕੇ ਬੈਠੇ ਨੇ, ਰਸੋਈਏ ਉੱਥੇ ਮਿਲ ਕੇ ਤਾਂ ਬੈਠੇ ਨੇ ਵੀ ਜਿੰਨੇ ਭੋਜਨ ਬਾਹਰ ਵਰਤਦੇ ਪਏ ਨੇ ਉਹ ਸਾਰੇ ਬਣੇ ਕਿੱਥੇ? ਰਸੋਈ ਦੇ ਵਿੱਚ। ਬਾਹਰੋਂ ਤੇ ਹੋ ਸਕਦਾ ਕੋਈ ਭੋਜਨ ਮੁੱਕ ਜਾਵੇ, ਸਾਨੂੰ ਨਾ ਮਿਲੇ, ਪਰ ਰਸੋਈ ਵਿੱਚੋਂ ਨਹੀਂ ਮੁੱਕੇਗਾ। ਕਿਸੇ ਨਾ ਕਿਸੇ ਭਾਂਡੇ ਵਿੱਚ ਥੋੜ੍ਹਾ ਬਹੁਤਾ ਪਦਾਰਥ ਤੇ ਪਿਆ ਹੀ ਹੋਵੇਗਾ। ਸਿਆਣੇ ਵਿਅਕਤੀ ਨੂੰ ਜਦੋਂ ਬਾਹਰ ਨਾ ਕੁਝ ਮਿਲੇ ਤੇ ਉਹ ਫਿਰ ਰਸੋਈ ਨੂੰ ਜਾਵੇਗਾ, ਜਿੱਥੇ ਬਣਦਾ ਪਿਆ ਨਾ ਉੱਥੇ ਜਾਵੇਗਾ ਵੀ ਇੱਥੋਂ ਮਿਲੇਗਾ ਕੁਝ ਨਾ ਕੁਝ ਮੈਨੂੰ। ਭਾਈ ਗੁਰਦਾਸ ਜੀ ਕਹਿਣ ਲੱਗੇ, ਜੈਸੇ ਤੋ ਸੁਜਨ ਮਿਲ ਬੈਠਤਾ ਹੈ ਪਾਕਸਾਲ, ਅਨਕ ਪ੍ਰਕਾਰ ਬਿਜਨਾਦ ਰਸ ਖਾਤ ਹੈ। ਉਹ ਫਿਰ ਬੈਠ ਕੇ ਰਸੋਈ ਦੇ ਵਿੱਚ ਅਨੇਕ ਤਰ੍ਹਾਂ ਦੇ ਭੋਜਨ ਛਕ ਲੈਂਦੇ, ਜਿਹੜੇ ਬਾਹਰ ਨਹੀਂ ਮਿਲਦੇ ਪਏ, ਰਸੋਈ ਵਿੱਚੋਂ ਮਿਲ ਗਏ ਨੇ। ਉਹਨਾਂ ਨੇ ਆਨੰਦ ਦੇ ਨਾਲ ਮਿਲ ਕੇ ਰਸੋਈਆਂ ਨੇ, ਬਣਾਉਣ ਵਾਲਿਆਂ ਨੇ ਉਹ ਭੋਜਨ ਛਕਿਆ, ਬੜੇ ਸਵਾਦ ਦੇ ਨਾਲ, ਬੜੇ ਰਸ ਦੇ ਨਾਲ। ਇਹ ਦੋ ਉਦਾਹਰਨਾਂ ਨੇ। ਪਹਿਲੀ ਉਦਾਹਰਨ ਇਹ ਆ ਵੀ ਹੰਸ ਮਾਨ ਸਰੋਵਰ ਤੇ ਰਹਿੰਦਾ, ਉਹਨੂੰ ਉੱਥੋਂ ਉਹਦੀ ਖੁਰਾਕ ਮੋਤੀ ਪ੍ਰਾਪਤ ਹੁੰਦੇ, ਉਹ ਖੁਸ਼ ਰਹਿੰਦਾ। ਦੂਜੀ ਉਦਾਹਰਨ ਇਹ ਆ ਜਿਹੜਾ ਰਸੋਈਆ, ਰਸੋਈ ਬਣਾਉਣ ਵਾਲਾ, ਭੋਜਨ ਬਣਾਉਣ ਵਾਲਾ, ਬਾਹਰੋਂ ਕੁਝ ਨਹੀਂ ਮਿਲੇਗਾ, ਰਸੋਈ ਵਿੱਚ ਆਏਗਾ, ਆਪਣੇ ਸਾਥੀਆਂ ਦੇ ਸਮੇਤ ਕਈ ਤਰ੍ਹਾਂ ਦੇ ਭੋਜਨ ਥਾਲ ਵਿੱਚ ਪਾ ਕੇ ਬੜੇ ਸਵਾਦ ਦੇ ਨਾਲ ਖਾਵੇਗਾ ਤੇ ਆਨੰਦਿਤ ਹੋ ਜਾਏਗਾ, ਖੁਸ਼ ਹੋ ਜਾਏਗਾ। ਜੋ ਚਾਹੁੰਦਾ ਉਹ ਖੁਰਾਕ ਉਹਨੂੰ ਮਿਲ ਗਈ ਹੈ। ਇਹ ਤੀਜੀ ਉਦਾਹਰਨ ਭਾਈ ਗੁਰਦਾਸ ਜੀਆਂ ਨੇ ਦਿੱਤੀ ਹੈ। ਕਹਿਣ ਲੱਗੇ, ਜੈਸੇ ਦਰੁਮ ਛਾਇਆ ਮਿਲ ਬੈਠਤਾ ਹੈ ਅਨੇਕ ਪੰਛੀ। ਅੱਜ ਆਪਾਂ ਰੁੱਖ ਵੱਢਦੇ ਪਏ ਨਾ ਵੀ ਰੁੱਖਾਂ ਦੀ ਲੋੜ ਨਹੀਂ ਹੈ। ਰੁੱਖਾਂ ਦੀ ਲੋੜ ਇਨਸਾਨ ਨੂੰ ਵੀ ਹੈ ਔਰ ਪੰਛੀਆਂ ਨੂੰ ਵੀ। ਅਸੀਂ ਘਰ ਬਣਾਉਣਾ ਸ਼ੁਰੂ ਕਰਦੇ ਨਾ, ਜੇ ਘਰ ਦੇ ਸਾਹਮਣੇ ਰੁੱਖ ਹੈ, ਮੰਨ ਲਓ 5 ਸਾਲਾਂ ਤੋਂ 10 ਸਾਲਾਂ ਤੋਂ ਇੰਨੀ ਮਿਹਨਤ ਨਾਲ ਰੁੱਖ ਜਵਾਨ ਹੋਇਆ, ਅਸੀਂ ਸਭ ਤੋਂ ਪਹਿਲਾਂ ਆਰੀ ਰੁੱਖ ਤੇ ਲਿਆ ਕੇ ਫੇਰਦੇ ਹਾਂ। ਇਹ ਨਹੀਂ ਦਿਸਣਾ ਚਾਹੀਦਾ, ਬਲਕਿ ਸਾਡਾ ਜੀਵਨ ਰੁੱਖ ਦੇ ਉੱਪਰ ਹੀ ਹੈ। ਜੇ ਰੁੱਖ ਨਹੀਂ ਹੋਵੇਗਾ ਸਾਡਾ ਜੀਵਨ ਖਤਮ ਹੈ। ਅਸੀਂ ਆਪਣਾ ਜੀਵਨ ਆਪ ਖਤਮ ਕਰਦੇ ਪਏ। ਰੁੱਖ ਹੈ, ਹਰਿਆਵਲ ਹੈ, ਹਰਿਆਵਲਤਾ ਹੈ, ਰੁੱਖ ਹੈ ਤੇ ਸਾਨੂੰ ਆਕਸੀਜਨ ਮਿਲੇਗੀ, ਰੁੱਖ ਹੈ ਤੇ ਬਰਸਾਤਾਂ ਹੋਣਗੀਆਂ। ਰੁੱਖ ਹੀ ਨਹੀਂ ਹੋਣਗੇ ਤੇ ਕੁਝ ਨਹੀਂ ਹੋਵੇਗਾ। ਤਾਂ ਹੀ ਆਖਿਆ ਜਾਂਦਾ ਨੇ, ਇੱਕ ਰੁੱਖ 100 ਸੁੱਖ। ਫਿਰ ਉਸ ਰੁੱਖ ਤੋਂ ਕਿੰਨੀਆਂ ਦਵਾਈਆਂ ਬਣਦੀਆਂ, ਕਿੰਨੇ ਕੰਮ ਆਉਂਦਾ। ਪੰਛੀ ਉਹਦੇ ਤੇ ਆ ਕੇ ਬੈਠਦੇ ਨੇ, ਉਹਨੂੰ ਫੁੱਲ ਵੀ ਲੱਗਦੇ, ਉਹਨੂੰ ਫਲ ਵੀ ਲੱਗਦੇ, ਸਾਨੂੰ ਖਾਣ ਵਾਸਤੇ ਮਿਲਦੇ। ਰੁੱਖ ਵਿਚਾਰਾ ਦਿੰਦਾ ਤੇ ਬਹੁਤ ਕੁਝ ਹੈ, ਪਰ ਇਨਸਾਨ ਨੂੰ ਉਹਦੀ ਕਦਰ ਨਹੀਂ ਹੈ। ਉਹਨਾਂ ਚਿਰ ਨਹੀਂ ਹੋਵੇਗੀ ਜਿੰਨਾ ਚਿਰ ਸਾਹ ਤੋਂ ਮਰੇਗਾ ਨਹੀਂ। ਘਰ ਮਗਰੋਂ ਬਣਾਉਣ ਲੱਗਾ, ਪਹਿਲਾਂ ਰੁੱਖ ਨੂੰ ਵੱਢਿਆ ਹੈ। ਖੇਤੀ ਮਗਰੋਂ ਬੀਜਦਾ, ਪਹਿਲਾਂ ਰੁੱਖ ਦਾ ਸਫਾਇਆ ਕੀਤਾ। ਇਸ ਧਰਤੀ ਦੇ ਉੱਪਰ ਕਈ ਦੇਸ਼ ਇਹੋ ਜਿਹੇ ਨੇ, ਉਹਨਾਂ ਦੇਸ਼ਾਂ ਦਾ ਕਾਨੂੰਨ ਹੈ, ਜੇ ਰਸਤੇ ਵਿੱਚ ਰੁੱਖ ਆਉਂਦਾ, ਰਸਤਾ ਬਦਲਿਆ ਜਾ ਸਕਦਾ ਪਰ ਰੁੱਖ ਨਹੀਂ ਪੱਟਿਆ ਜਾ ਸਕਦਾ। ਬੜੀ ਵੱਡੀ ਸੜਕ ਨਿਕਲਦੀ ਪਈ ਨਾ, ਰਾਹ ਨਿਕਲਦਾ ਪਿਆ, ਰਾਹ ਬਦਲਿਆ ਜਾ ਸਕਦਾ ਹੈ ਪਰ ਰੁੱਖ ਨਹੀਂ ਪੱਟਿਆ ਜਾ ਸਕਦਾ। ਜਿਨ੍ਹਾਂ ਲੋਕਾਂ ਨੂੰ ਕਦਰ ਹੈ ਨਾ ਵੀ ਰੁੱਖ ਕੀ ਕਰਦਾ ਸਾਡੇ ਵਾਸਤੇ, ਉਹਨਾਂ ਦੇਸ਼ਾਂ ਦੇ ਕਾਨੂੰਨ ਨੇ। ਪਰ ਸਾਨੂੰ ਤੇ ਸਮਝ ਹੀ ਨਹੀਂ ਹੈ ਨਾ, ਅਸੀਂ ਤੇ ਨਕਲੀ ਸਾਹ, ਇਹ ਬਿਮਾਰੀਆਂ ਵਿੱਚ ਤੁਰੇ ਫਿਰਦੇ। ਰੋਹ ਵਿਚਾਰ ਕਹਿਣ ਲੱਗੇ, ਰੁੱਖ ਜਿਹੜਾ ਨਾ ਉਹਦੇ ਤੇ ਪੰਛੀ ਆ ਕੇ ਬੈਠਦੇ।
ਚੋਗਾ ਚੁੱਕ ਕੇ ਆ ਕੇ ਬੈਠਦੇ, ਆਪਣੀਆਂ ਆਵਾਜ਼ਾਂ ਵਿੱਚ ਗੱਲਾਂ ਬਾਤਾਂ ਕਰਦੇ, ਆਪਣੇ ਖੰਭਾਂ ਨੂੰ ਫੜਫੜਾਉਂਦੇ, ਆਪਣੀਆਂ ਚੁੰਝਾਂ ਨੂੰ ਟਾਹਣੀਆਂ ਦੇ ਨਾਲ ਸਾਫ਼ ਕਰਦੇ, ਕਈ ਤਰ੍ਹਾਂ ਦੇ ਬੋਲ ਬੋਲਦੇ, ਚਹਿਕਦੇ ਪਏ ਨੇ ਪੰਛੀ ਆ ਕੇ ਰੁੱਖ ਤੇ ਬੈਠ ਕੇ। ਭਾਈ ਸਾਹਿਬ ਜੀ ਕਹਿਣ ਲੱਗੇ, ਜੈਸੇ ਧਰੁਮ ਛਾਇਆ ਮਿਲ ਬੈਠਤ ਹੈ ਅਨੇਕ ਪੰਛੀ। ਫਿਰ ਰੁੱਖ ਦੇ ਉੱਪਰ ਕਈ ਤਰ੍ਹਾਂ ਦੇ, ਕਈ ਜਾਤਾਂ ਦੇ, ਪ੍ਰਜਾਤੀਆਂ ਦੇ ਪੰਛੀ ਬੈਠੇ ਨੇ, ਆਪੋ ਆਪਣੀ ਭਾਸ਼ਾ ਵਿੱਚ ਬੋਲਦੇ, ਚੋਗਾ ਚੋਕੇ ਆ ਕੇ ਆਨੰਦ ਲੈਂਦੇ ਪਏ। ਖਾਏ ਫਲ ਮਧੁਰ ਬਚਨ ਕਹਿਤ ਸੁਹਾਤ ਹੈ। ਨਾਲੇ ਤੇ ਉਹ ਰੁੱਖ ਦਾ ਫਲ ਖਾਂਦੇ ਪਏ, ਤੋਤੇ ਬੋਲਦੇ ਪਏ, ਚਿੜੀਆਂ ਬੋਲਦੀਆਂ ਪਈਆਂ, ਕਬੂਤਰ ਬੋਲਦੇ ਪਏ, ਕਾਂ ਬੋਲਦੇ ਪਏ, ਕੋਇਲਾਂ ਬੋਲਦੀਆਂ ਪਈਆਂ। ਕਿੰਨੀ ਸੋਹਣੀ ਆਵਾਜ਼ ਜਦੋਂ ਪੰਛੀ ਬੋਲਦੇ ਨੇ ਮਿਲ ਕੇ ਰੁੱਖਾਂ ਤੇ ਬੈਠੇ ਹੋਏ, ਬੜਾ ਸੋਹਣਾ ਮਧੁਰ ਮਧੁਰ ਸੰਗੀਤ ਪੈਦਾ ਕਰਦੇ, ਬੜੇ ਹੀ ਸੋਹਣੇ ਲੱਗਦੇ। ਕਹਿਣ ਲੱਗੇ, ਪੰਛੀਆਂ ਦੀ ਸ਼ੋਭਾ ਰੁੱਖ ਦੇ ਉੱਪਰ ਹੀ, ਔਰ ਰੁੱਖ ਦੀ ਸ਼ੋਭਾ ਪੰਛੀਆਂ ਕਰਕੇ। ਤੇ ਜਿਹੋ ਜਿਹਾ ਗੁਰਮੁਖੋ ਸਮਾਂ ਚੱਲਦਾ ਪਿਆ, ਨਾ ਰੁੱਖ ਰਹਿਣੇ ਨਾ ਪੰਛੀ ਰਹਿਣੇ। ਜਦੋਂ ਇਹ ਪ੍ਰਜਾਤੀਆਂ ਨਾ ਰਹੀਆਂ ਤੇ ਮਨੁੱਖ ਦਾ ਜੀਵਨ ਵੀ ਅਸੰਭਵ ਹੋ ਜਾਏਗਾ, ਕਿਉਂਕਿ ਪ੍ਰਮਾਤਮਾ ਨੇ ਸਾਰਿਆਂ ਨੂੰ ਇੱਕ ਦੂਜੇ ਨਾਲ ਜੋੜਿਆ ਹੋਇਆ। ਪਰ ਮਨੁੱਖ ਨੂੰ ਇਸ ਗੱਲ ਦੀ ਕਦਰ ਕੀਮਤ ਨਹੀਂ ਹੈ। ਰੋਹ ਵਿਚਾਰ ਕਹਿਣ ਲੱਗੇ, ਪੰਛੀ ਰੁੱਖ ਤੇ ਆ ਕੇ ਸ਼ੋਭਾ ਪਾਉਂਦੇ, ਔਰ ਰੁੱਖ ਜਿਹੜਾ ਉਹ ਪੰਛੀਆਂ ਕਰਕੇ ਸ਼ੋਭਾ ਪਾਉਂਦਾ। ਫਿਰ ਸਭ ਤੋਂ ਅਖੀਰ ਤੇ ਆ ਕੇ ਬਚਨ ਕੀਤਾ, ਕਹਿਣ ਲੱਗੇ, ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸਾਲ। ਜਿਵੇਂ ਹੰਸ ਮਾਨ ਸਰੋਵਰ ਤੇ ਸ਼ੋਭਾ ਪਾਉਂਦਾ ਹੈ, ਰਸੋਈਆ ਬਣਾਉਣ ਵਾਲਾ ਰਸੋਈ ਵਿੱਚ ਸ਼ੋਭਾ ਪਾਉਂਦਾ ਪਿਆ, ਪੰਛੀ ਰੁੱਖ ਤੇ ਬੈਠਾ ਸੋਹਣਾ ਲੱਗਦਾ ਹੈ। ਗੁਰੂ ਕਿਆ ਸਿੱਖਾ, ਇਸੇ ਤਰ੍ਹਾਂ ਤੂੰ ਗੁਰੂ ਕੀ ਸੰਗਤ ਵਿੱਚ ਬੈਠ ਕੇ ਸ਼ੋਭਾ ਪਾਉਂਦਾ ਹੈ। ਜਿਵੇਂ ਹੰਸ ਨੂੰ ਖੁਰਾਕ ਮਿਲੀ ਹੈ ਮਾਨ ਸਰੋਵਰ ਤੋਂ ਮੋਤੀ, ਜਿਵੇਂ ਰਸੋਈਏ ਨੂੰ ਖੁਰਾਕ ਮਿਲੀ ਹੈ ਰਸੋਈ ਦੇ ਵਿੱਚੋਂ, ਜਿਵੇਂ ਪੰਛੀ ਨੂੰ ਖੁਰਾਕ ਮਿਲੀ ਹੈ ਰੁੱਖ ਦੇ ਉੱਪਰੋਂ, ਗੁਰੂ ਕਿਆ ਸਿੱਖਾ ਤੇਰੀ ਆਤਮਾ ਦੀ ਖੁਰਾਕ ਇਹ ਗੁਰੂ ਕੀ ਸੰਗਤ ਹੀ ਹੈ, ਜਿੱਥੋਂ ਇਹ ਤੈਨੂੰ ਸਾਰੀਆਂ ਖੁਰਾਕਾਂ ਮਿਲ ਜਾਣਗੀਆਂ। ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸਾਲ, ਸਹਿਜ ਸ਼ਬਦ ਰਸ ਅੰਮ੍ਰਿਤ ਅਗਾਤ ਹੈ। ਇੱਥੋਂ ਸਾਡੇ ਕੰਨਾਂ ਦੇ ਵਿੱਚ ਅੰਮ੍ਰਿਤ ਪੈਂਦਾ ਪਿਆ, ਗੁਰੂ ਦੇ ਬਚਨ ਅੰਮ੍ਰਿਤ ਨੇ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਇਹ ਗੁਰੂ ਦੇ ਬਾਣੀ ਬਚਨ ਅੰਮ੍ਰਿਤ ਨੇ, ਸਾਡੇ ਕੰਨਾਂ ਵਿੱਚ ਪੈਂਦੇ ਪਏ, ਕੰਨਾਂ ਦੇ ਰਾਹੀਂ ਸਾਡੇ ਅੰਦਰ ਜਾਂਦੇ ਪਏ, ਸਾਡਾ ਅੰਦਰ ਅੰਮ੍ਰਿਤ ਰਸ ਦੇ ਨਾਲ ਲਪਾ ਲਪ ਭਰਦਾ ਪਿਆ। ਜਿਵੇਂ ਮਾਨ ਸਰੋਵਰ ਤੇ ਹੰਸ ਰੱਜ ਗਏ ਨੇ, ਰਸੋਈਆ ਰਸੋਈ ਵਿੱਚ ਰੱਜਿਆ ਹੋਇਆ, ਪੰਛੀ ਰੁੱਖਾਂ ਤੇ ਬੈਠ ਕੇ ਰੱਜੇ ਨੇ, ਗੁਰੂ ਕਾ ਸਿੱਖ ਗੁਰੂ ਕੀ ਸੰਗਤ ਵਿੱਚ ਬੈਠ ਕੇ ਨਾਮ ਰਸ ਦੇ ਨਾਲ ਰੱਜਿਆ ਹੋਇਆ ਹੈ। ਗੁਰੂ ਕੀ ਸੰਗਤ ਵਿੱਚ ਬੈਠ ਕੇ ਸ਼ੁਭ ਗੁਣਾਂ ਦੇ ਨਾਲ ਰੱਜ ਜਾਈਦਾ, ਔਰ ਇੱਥੇ ਫਿਰ ਗੁਰਮੁਖੋ ਨਾਮ ਦਾ ਸਵਾਦ ਆਉਂਦਾ, ਨਾਮ ਦਾ ਰਸ ਆਉਂਦਾ। ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ। ਇਹ ਰਾਮ ਦਾ ਰਸ ਇਹੋ ਜਿਹਾ ਜਿਨ੍ਹਾਂ ਨੇ ਪੀ ਲਿਆ ਉਹ ਰੱਜ ਗਿਆ, ਦੁਨੀਆ ਦੇ ਰਸ ਉਹਨਾਂ ਨੂੰ ਭੁੱਲ ਹੀ ਗਏ, ਫਿੱਕੇ ਹੀ ਲੱਗਦੇ, ਦੁਨੀਆ ਦੇ ਰਸਾਂ ਕਸਾਂ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ, ਜਿਨ੍ਹਾਂ ਨੂੰ ਨਾਮ ਦਾ ਰਸ ਆਇਆ। ਇਹ ਭਾਈ ਗੁਰਦਾਸ ਜੀਆਂ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਆਪਣੀ ਬਾਣੀ ਵਿੱਚ ਸਾਨੂੰ ਸਮਝਾਉਣ ਵਾਸਤੇ। ਤਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ, ਭਾਈ ਗੁਰਦਾਸ ਜੀ ਤੁਹਾਡੀ ਬਾਣੀ ਚਾਬੀ ਦਾ ਕੰਮ ਕਰੇਗੀ, ਜਿਹਨੇ ਗੁਰੂ ਗ੍ਰੰਥ ਸਾਹਿਬ ਰੂਪੀ ਜੰਦਰਾ ਖੋਲ੍ਹਣਾ ਹੈ ਉਹਨੂੰ ਤੁਹਾਡੀ ਬਾਣੀ ਚਾਬੀ ਲੱਗੇਗੀ ਤੇ ਜੰਦਰਾ ਤਾਂ ਖੁੱਲ੍ਹੇਗਾ। ਹੁਣ ਆਪਾਂ ਇਹ ਉਦਾਹਰਨਾਂ ਸਰਵਣ ਕੀਤੀਆਂ ਨੇ, ਬੜੀਆਂ ਸੋਹਣੀਆਂ ਨੇ ਔਰ ਬੜੀਆਂ ਸਿੱਧੀਆਂ ਨੇ, ਸਮਝ ਪੈਣ ਵਾਲੀਆਂ। ਇਹ ਉਦਾਹਰਨਾਂ ਸਮਝਾ ਕੇ ਉਹਨਾਂ ਨੇ ਸਮਝਾਇਆ ਵੀ ਗੁਰੂ ਕਾ ਸਿੱਖ ਸੰਗਤ ਵਿੱਚ ਕਿਵੇਂ ਸ਼ੋਭਾ ਪਾਉਂਦਾ ਹੈ, ਕਿਵੇਂ ਕਥਾ ਸੁਣ ਕੇ, ਕੀਰਤਨ ਸੁਣ ਕੇ ਸਾਡੇ ਅੰਦਰ ਅੰਮ੍ਰਿਤ ਨਾਮ ਦੇ ਨਾਲ ਕਿਵੇਂ ਭਰਦੇ, ਔਰ ਕਿਵੇਂ ਅਸੀਂ ਆਪਣਾ ਜੀਵਨ ਸਫਲਾ ਕਰਦੇ। ਤੈਸੇ ਗੁਰ ਸਿੱਖ ਮਿਲ ਬੈਠਤਾ ਹੈ ਧਰਮਸਾਲ। ਗੁਰੂ ਕੇ ਸਿੱਖ ਧਰਮਸਾਲ ਕੀ, ਜਿੱਥੇ ਗੁਰਦੁਆਰਾ, ਜਿੱਥੇ ਗੁਰੂ ਬੈਠੇ ਨੇ, ਸੰਗਤ ਵਿੱਚ ਆ ਕੇ ਬੈਠਦੇ। ਸਹਿਜ ਸ਼ਬਦ ਰਸ ਅੰਮ੍ਰਿਤ ਅਗਾਤ ਹੈ, ਤੇ ਸਹਿਜ ਹੀ ਅੰਮ੍ਰਿਤ ਨੂੰ ਛਕ ਕੇ ਤੇ ਅਗਾਤ ਕਹੀਏ ਰੱਜ ਜਾਂਦੇ, ਸਦਾ ਵਾਸਤੇ ਤ੍ਰਿਪਤ ਹੋ ਜਾਂਦੇ, ਐਸੀ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਕਿ ਦਿਆਲ ਸਦਾ ਕਿਰਪਾਲ ਸੁਆਮੀ। ਉਹ ਜਿਹੜਾ ਸੁਆਮੀ ਮਾਲਕ ਹੈ ਨਾ, ਸਦਾ ਹੀ ਦਿਆਲੂ ਹੈ ਆਪਣੇ ਸਿੱਖ ਦੇ ਉੱਪਰ, ਆਪਣੇ ਸਿੱਖ ਨੂੰ ਐਸੀ ਸੰਗਤ ਵਿੱਚ ਲੈ ਕੇ ਆਉਂਦਾ ਹੈ, ਜਿਸ ਸੰਗਤ ਵਿੱਚ ਆ ਕੇ
ਸਾਨੂੰ ਇਹਨਾਂ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਨੀਚ ਥਾਪਣ ਹਾਰਿਆ। ਔਰ ਏਡੀ ਉਹ ਕਿਰਪਾ ਕਰਦੇ ਨੇ, ਨੀਚਾਂ ਨੂੰ ਨੀਵਿਆਂ ਨੂੰ ਉੱਚੀ ਥਾਂ ਤੇ ਥਾਪਣ ਦੀ ਸਮਰੱਥਾ ਰੱਖਦੇ। ਜਿਸ ਨੀਚ ਕੋ ਕੋਈ ਨਾ ਜਾਣੈ, ਜਿਹਨੂੰ ਕੋਈ ਨਹੀਂ ਜਾਣਦਾ ਨੀਵੇਂ ਨੂੰ ਵੀ ਇਹ ਤੇ ਨਿਕੰਮਾ ਹੀ ਹੈ। ਨਾਮ ਜਪਤ ਉਹ ਚਾਹੂ ਕੁੰਟ ਮਾਨੈ। ਗੁਰਮੁਖੋ, ਸਾਡੇ ਨੇੜੇ ਧਰਤੀ ਪੈਂਦੀ ਹੈ ਨਾ ਪੰਜੋਖਰਾ ਸਾਹਿਬ ਦੀ। ਇੱਥੇ ਇੱਕ ਪਾਣੀ ਭਰਨ ਵਾਲਾ ਰਹਿੰਦਾ ਨਾ, ਛੱਜੂ ਝੀਵਰ। ਪਾਣੀ ਤੋਂ ਉਸ ਵੇਲੇ ਕਈਆਂ ਪਿੰਡਾਂ ਵਿੱਚ ਕਈ ਲੋਕ ਭਰਦੇ ਹੋਣਗੇ, ਪਰ ਸਾਨੂੰ ਕਿਸੇ ਦੇ ਨਾਂ ਦਾ ਪਤਾ, ਕਿਸੇ ਦੇ ਨਾਂ ਦਾ ਨਹੀਂ ਪਤਾ ਵੀ ਕਿਹੜੇ ਕਿਹੜੇ ਪਿੰਡਾਂ ਵਿੱਚ ਕਿਹੜੇ ਕਿਹੜੇ ਕੰਮੀ ਜਿਹੜੇ ਸਾਨੂੰ ਪਾਣੀ ਭਰਦੇ, ਨੀਵੀਆਂ ਜਾਤਾਂ ਵਾਲੇ। ਪਰ ਸਾਨੂੰ ਸਾਰਿਆਂ ਨੂੰ, ਸਾਰੀ ਦੁਨੀਆ ਨੂੰ ਪਤਾ ਵੀ ਪੰਜੋਖਰਾ ਸਾਹਿਬ ਦੀ ਧਰਤੀ ਤੇ ਇੱਕ ਛੱਜੂ ਨਾਮ ਦਾ ਝੀਵਰ ਹੋਇਆ। ਜਿਸ ਨੀਚ ਕੋ ਕੋਈ ਨਾ ਜਾਣੈ, ਪਹਿਲਾਂ ਉਹਨੂੰ ਕੋਈ ਨਹੀਂ ਸੀ ਜਾਣਦਾ। ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਚਰਨ ਪਾਏ, ਉਹਦੇ ਕੋਲੋਂ ਅਰਥ ਕਰਕੇ ਲਾਲ ਚੰਦ ਪੰਡਤ ਨੂੰ ਸੁਣਾਏ। ਐਸੀ ਬਖਸ਼ਿਸ਼ ਕੀਤੀ, ਉਸ ਨੀਚ ਨੂੰ ਇੰਨਾ ਉੱਚਾ ਕਰ ਦਿੱਤਾ, ਪੰਡਤ ਨੂੰ ਉਹ ਚਰਨਾਂ ਤੇ ਹੱਥ ਲਾ ਕੇ ਨਮਸਕਾਰ ਕਰਨੀ ਪਈ। ਐਸਾ ਗਿਆਨ ਮਹਾਰਾਜ ਨੇ ਬਖਸ਼ਿਆ ਜਿਹੜਾ ਗ੍ਰੰਥਾਂ ਵਿੱਚ ਉਹ ਵੀ ਨਹੀਂ ਪ੍ਰਾਪਤ ਹੋਣ ਵਾਲਾ। ਉਹ ਗਿਆਨ ਦੇ ਕੇ ਪੰਡਤ ਨੂੰ ਚੁੱਪ ਕਰਵਾ ਦਿੱਤਾ। ਉਸ ਨੀਚ ਦੀ ਜੈ ਜੈਕਾਰ ਸਭਾ ਦੇ ਵਿੱਚ ਹੋਈ, ਸਾਰੀ ਦੁਨੀਆ ਤੇ ਜਾਣਿਆ ਗਿਆ। ਮਹਾਰਾਜ ਕਹਿਣ ਲੱਗੇ, ਨੀਚ ਥਾਪਣ ਹਾਰਿਆ। ਸਤਿਗੁਰੂ ਤੁਸੀਂ ਤੇ ਐਸੇ ਹੋ, ਜੇ ਨੀਚਾਂ ਨੀਵਿਆਂ ਉੱਪਰ ਵੀ ਕਿਰਪਾ ਕਰਦੇ ਹੋ ਤਾਂ ਉਹਨਾਂ ਨੂੰ ਵੀ ਉੱਚੇ ਬਣਾ ਦਿੰਦੇ ਹੋ, ਉਹਨਾਂ ਉੱਪਰ ਵੀ ਬਖਸ਼ਿਸ਼ਾਂ ਕਰ ਦਿੰਦੇ ਹੋ, ਐਸੀਆਂ ਰਹਿਮਤਾਂ ਕਰਦੇ ਹੋ। ਜੀ ਜੰਤ ਸਭ ਵਸ ਤੇਰਾ। ਇਹ ਜਿੰਨੇ ਵੀ ਜੀਵ ਨੇ ਨਾ, ਤੇ ਜਿੰਨੇ ਵੀ ਜੰਤ ਨੇ, ਜੀ ਜਿਹੜੇ ਛੋਟੇ ਛੋਟੇ ਅਣੂ ਪਰਮਾਣੂ ਕੀਟਾਣੂ, ਜਿਹੜੇ ਸਾਨੂੰ ਨੰਗੀਆਂ ਅੱਖਾਂ ਨਾਲ ਦਿਸਦੇ ਹੀ ਨਹੀਂ, ਲੈਂਜ ਨਾਲ ਵੇਖਣੇ ਪੈਂਦੇ। ਜੰਤ ਜਿਹੜੇ ਵੱਡੇ ਸਰੀਰਾਂ ਵਾਲੇ, ਜਿਵੇਂ ਮਨੁੱਖ ਹੈ, ਹਾਥੀ ਹੈ, ਘੋੜੇ ਨੇ ਇਤਿਆਦਿ, ਇਹ ਜਿੰਨੇ ਵੀ ਜੀ ਜੰਤ ਨੇ ਸਾਰੇ ਤੇਰੇ ਵਾਸੀ ਨੇ। ਕੀੜੇ ਮਕੌੜੇ ਵੀ ਤੇਰੇ ਵਾਸੀ ਨੇ, ਅਣੂ ਪਰਮਾਣੂ ਸਭ ਕੁਝ ਤੇਰੇ ਵਾਸੀ ਹੈ। ਪਰਮਾਤਮਾ ਜਿਹੜੇ ਵੱਡੇ ਵੱਡੇ ਸਰੀਰਾਂ ਵਾਲੇ ਨੇ ਉਹ ਵੀ ਤੇਰੇ ਵਸ ਨੇ। ਜੀ ਜੰਤ ਦੋ ਸ਼ਬਦ ਆਏ ਨੇ, ਜੀ ਵੱਖਰਾ ਜੰਤ ਵੱਖਰਾ। ਜੀ ਤੋਂ ਭਾਵ ਛੋਟੇ ਛੋਟੇ ਜੀ ਬਣਾਏ ਹੋਏ, ਜਿਵੇਂ ਅਮਰੂਦਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਸੁੰਡੀਆਂ ਬੈਠੀਆਂ ਹੋਈਆਂ, ਗੰਦਗੀ ਖਾਣ ਵਾਲੇ ਨਿੱਕੇ ਨਿੱਕੇ ਕੀੜੇ ਗੰਦਗੀ ਵਿੱਚ ਬੈਠੇ ਹੋਏ, ਕੀਟਾਣੂ ਜਿਹੜੇ ਦਿਸਦੇ ਨਹੀਂ, ਪਰਮਾਣੂ ਜਿਹੜਾ ਦਿਸਦਾ ਨਹੀਂ, ਉਹ ਵੀ ਤੁਸੀਂ ਬਣਾਏ ਨੇ, ਤੇਰੇ ਵਸ ਨੇ। ਜੰਤ ਜਿਹੜੇ ਵੱਡੇ ਨੇ ਉਹ ਵੀ ਤੇਰੇ ਵਸ ਹਨ। ਸਗਲ ਤੇਰੀ ਸਾਰਿਆ। ਤੁਸੀਂ ਸਾਰਿਆਂ ਦੀ ਸਾਰਿਆ ਕਹੀਏ ਸੰਭਾਲ ਵੀ ਕਰਦੇ ਪਏ ਹੋ। ਜਿੱਥੇ ਜਿੱਥੇ ਜਿਹੜਾ ਜਿਹੜਾ ਬੈਠਾ ਹੈ ਨਾ, ਉਹਨੂੰ ਛਕਣ ਵਾਸਤੇ ਉਹਦੇ ਭੋਜਨ ਦਾ ਵੀ ਇੰਤਜ਼ਾਮ ਕੀਤਾ ਹੋਇਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ, ਮਨ ਭਉ ਕਰਿਆ। ਭਾਵੇਂ ਕੀੜਾ ਮਕੌੜਾ ਅਣੂ ਪਰਮਾਣੂ ਹੈ, ਨਿੱਕਾ ਕੇ ਵੱਡਾ ਹੈ, ਸਾਰਿਆਂ ਦੀ ਤੁਸੀਂ ਸਾਰਿਆ ਕਹੀਏ ਸੰਭਾਲ ਕਰਦੇ, ਪਾਲਣਾ ਕਰਦੇ ਹੋ। ਆਪ ਕਰਤਾ ਆਪ ਭੁਗਤਾ। ਆਪ ਹੀ ਕਰਤਾ ਬਣਾਉਣ ਵਾਲੇ ਹੋ, ਦੁਨੀਆ ਬਣਾਉਣ ਵਾਲੇ ਆਪ ਹੋ, ਤੇ ਭੁਗਤਾ ਕਹੀਏ ਦੁਨੀਆ ਬਣਾ ਕੇ ਤੇ ਫਿਰ ਜਿਹੜੇ ਪਦਾਰਥ ਬਣਾਏ ਨੇ ਉਹਨਾਂ ਨੂੰ ਛਕਣ ਵਾਲੇ ਵੀ ਆਪ ਹੋ। ਅੰਨ ਵੀ ਆਪ ਪੈਦਾ ਕੀਤਾ ਹੈ ਕਿਸਾਨ ਬਣ ਕੇ, ਅੰਨ ਨੂੰ ਪਕਾਇਆ ਵੀ ਆਪ ਹੈ ਰਾਖੀ ਕਰਕੇ। ਫਿਰ ਉਸ ਅੰਨ ਦਾ ਜਦੋਂ ਪ੍ਰਸ਼ਾਦਾ ਛਕਣਾ ਤੇ ਛਕਣ ਵਾਲੇ ਵੀ ਆਪ ਹੀ। ਬਣਾਉਣ ਵਾਲੇ, ਢਾਉਣ ਵਾਲੇ, ਲਿਜਾਣ ਵਾਲੇ, ਖਾਣ ਵਾਲੇ, ਸਾਰਿਆਂ ਵਿੱਚ ਤੂੰ ਆਪ ਹੀ ਵਰਤਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਆਪ ਕਰਤਾ ਆਪ ਭੁਗਤਾ। ਕਰਤਾ ਕਹੀਏ ਬਣਾਉਣ ਵਾਲਾ ਵੀ ਆਪ ਹੈ, ਭੁਗਤਾ ਕਹੀਏ ਭੁਗਣ ਵਾਲਾ ਵੀ ਤੂੰ ਆਪ ਹੀ ਹੈ। ਆਪ ਸਗਲ ਵਿਚਾਰੀਆ। ਸਾਰੀਆਂ ਵਿਚਾਰਾਂ ਤੁਸੀਂ ਆਪ ਹੀ ਕਰਦੇ ਹੋ, ਸਾਰੀਆਂ ਵਿਚਾਰਾਂ ਤੁਹਾਡੇ ਤੋਂ ਸ਼ੁਰੂ ਹੁੰਦੀਆਂ ਹਨ। ਬਿਨਵੰਤ ਨਾਨਕ ਗੁਣ ਗਾਏ ਜੀਵਾ, ਹਰ ਜਪ ਜਪੋ ਬਨਵਾਰੀਆ। ਨਾਨਕ ਦੇ ਪਾਤਸ਼ਾਹ ਦੇ ਪੰਜਵੇਂ ਸਰੂਪ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਅਸੀਂ ਆਪ ਜੀ ਦੇ ਗੁਣਾਂ ਨੂੰ ਗਾ ਕੇ ਤੇ ਜਿਉਂਦੇ ਹਾਂ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਮੇਰੇ ਮਨ 'ਚ ਚਾਹ ਬਣਿਆ ਰਵੇ, ਮੈਂ ਤੁਹਾਡੇ ਗੁਣਾਂ ਨੂੰ ਗਾਉਂਦਾ ਰਵਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਣ ਗਾਏ ਜੀਵਾਂ, ਮੈਂ ਆਪ ਜੀ ਦੇ ਗੁਣ ਗਾਉਂਦਾ ਤੇ ਤਾਂ ਮੇਰਾ ਜਿਉਣਾ ਹੁੰਦਾ। ਪਾਤਸ਼ਾਹ ਕਹਿਣ ਲੱਗੇ, ਹਰ ਜਪ ਜਪੋ ਬਨਵਾਰੀਆ। ਇਹ ਸੰਸਾਰ ਰੂਪੀ ਜੰਗਲ ਦੇ ਮਾਲਕ ਪਰਮਾਤਮਾ,
ਮੈਂ ਆਪ ਜੀ ਦੇ ਨਾਮ ਨੂੰ ਜਪਣ ਨੂੰ ਜਪਦਾ ਪਿਆ ਹਾਂ। ਆਪ ਜੀ ਦੇ ਜਪਣ ਨੂੰ ਜਪਦਾ, ਆਪ ਜੀ ਦੇ ਨਾਮ ਨੂੰ ਜਪਦਾ। ਤੁਸੀਂ ਇਹ ਸੰਸਾਰ ਜਿਹੜਾ ਜੰਗਲ ਦੇ ਵਾਂਗ ਹੈ, ਇਹਦੇ ਤੁਸੀਂ ਮਾਲਕ ਹੋ। ਮੈਂ ਇਸ ਸੰਸਾਰ ਜੰਗਲ ਦੇ ਵਿੱਚ ਰਹਿੰਦਾ ਪਿਆ। ਜਪ ਜਪੋ, ਆਪ ਜੀ ਦੇ ਜਪ ਨੂੰ ਵਾਰ-ਵਾਰ ਜਪਦਾ, ਆਪ ਜੀ ਦੇ ਮੰਤਰਾਂ ਨੂੰ ਵਾਰ-ਵਾਰ ਜਪਦਾ ਹਾਂ। ਇਸ ਕਰਕੇ ਮੇਰਾ ਤਨ ਤੇ ਮਨ ਸਫਲਾ ਹੋ ਰਿਹਾ। ਇਹ ਗੁਰੂ ਅਰਜਨ ਦੇਵ ਜੀਆਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਜੋ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਆਪ ਕਰਤਾ ਆਪ ਭੁਗਤਾ, ਆਪ ਸਗਲ ਵਿਚਾਰਿਆ, ਬਿਨਵੰਤ ਨਾਨਕ ਗੁਣ ਗਾਏ ਜੀਵਾ, ਹਰ ਜਪ ਜਪੋ ਬਨਵਾਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।